welcome everyone to our official YouTube channel Education by DW. My name is Bikram Singh and I am your English faculty. ਜਿਵੇਂ ਕਿ ਆਪਾਂ ਪਿਛਲੇ ਲੈਕਚਰ 'ਚ ਡਿਸਕਸ ਕਰ ਰਹੇ ਸੀ ਅਬਾਊਟ ਡਿਟਰਮਾਈਨਰਸ, ਉਸੇ ਸੀਕੁਐਂਸ 'ਚ ਪਾਰਟ 4 ਔਰ ਡਿਟਰਮਾਈਨਰਸ ਦਾ ਪਾਰਟ ਲਾਸਟ ਲੈ ਕੇ ਆਏ ਹਾਂ ਜੀ। ਅੱਜ ਦੇ ਲੈਕਚਰ ਦੇ ਵਿੱਚ ਆਪਾਂ ਡਿਟਰਮਾਈਨਰਸ ਕਲੋਜ਼ ਕਰ ਦੇਣੇ, ਕੰਪਲੀਟ ਕਰ ਲੈਣੇ ਆ। ਠੀਕ ਹੈ ਜੀ, ਆਈ ਹੋਪ ਸੋ ਤੁਹਾਨੂੰ ਵੀਡੀਓਜ਼ ਪਸੰਦ ਆ ਰਹੀਆਂ ਹੋਣਗੀਆਂ। ਜੇ ਤੁਹਾਨੂੰ ਵੀਡੀਓਜ਼ ਪਸੰਦ ਆ ਰਹੀਆਂ ਕਮੈਂਟ ਜ਼ਰੂਰ ਕਰੋ ਸਾਡੀ ਵੀਡੀਓਜ਼ ਤੇ, ਤਾਂ ਕਿ ਅਸੀਂ ਵੀ ਮੋਟੀਵੇਟ ਹੋ ਸਕੀਏ ਔਰ ਤੁਹਾਡੇ ਲਈ ਬਹੁਤ ਵਧੀਆ ਕੰਟੈਂਟ ਆਪਾਂ ਲੈ ਕੇ ਆਈਏ। ਠੀਕ ਹੈ ਜੀ, ਡਿਟਰਮਾਈਨਰਸ ਦੇ ਵਿੱਚ ਅੱਜ ਕੰਟੀਨਿਊ ਕਰਾਂਗੇ ਟੌਪਿਕ ਦੇ ਨਾਲ ਇਨਫ ਨੂੰ ਸਮਝਾਂਗੇ। ਪਹਿਲਾਂ ਇਨਫ ਕੀ ਹੁੰਦਾ ਹੈ? ਇਨਫ ਇਹ ਜੀ ਕਨਸੈਪਟ ਹੈ ਨਾ, ਇਨਫ ਵਰਡ ਕਨਫਿਊਜ਼ਿੰਗ ਹੈ। ਕਈ ਵਰਡਸ ਦੇ ਵਿੱਚ ਬੱਚਿਆਂ ਨੂੰ ਬਹੁਤ ਜਗ੍ਹਾ ਇਹ ਕਨਫਿਊਜ਼ ਕਰ ਦਿੰਦਾ। ਇਨਫ ਦੇਖੋ ਵੀ ਦੋ ਪਾਰਟਸ ਵਿੱਚ ਡਿਵਾਈਡ ਹੁੰਦਾ। ਇਨਫ ਐਡਜੈਕਟਿਵ ਦਾ ਕੰਮ ਵੀ ਕਰ ਦਿੰਦਾ, ਇਨਫ ਐਡਵਰਬ ਦਾ ਵੀ ਕੰਮ ਕਰਦਾ ਹੈ। ਜਦੋਂ ਇਹ ਐਡਜੈਕਟਿਵ ਦਾ ਕੰਮ ਕਰੇਗਾ ਆਬਵੀਅਸਲੀ ਗੱਲ ਹੈ ਕਿ ਇਹਦੇ ਅੱਗੇ ਆਊਗਾ ਨਾउन ਦੇ ਅੱਗੇ ਔਰ ਨਾउन ਦੇ ਬਾਰੇ ਹੀ ਦੱਸੂਗਾ। ਜਦੋਂ ਇਹ ਐਡਵਰਬ ਦਾ ਕੰਮ ਕਰੇਗਾ ਯਾਨੀ ਇਹ ਵਰਬ ਨੂੰ ਮੋਡੀਫਾਈ ਕਰੇਗਾ ਜਾਂ ਐਡਜੈਕਟਿਵ ਨੂੰ ਮੋਡੀਫਾਈ ਕਰੇਗਾ ਜਾਂ ਐਡਵਰਬ ਨੂੰ ਹੀ ਮੋਡੀਫਾਈ ਕਰੇਗਾ। ਠੀਕ ਹੈ ਜੀ, ਇਨਫ ਕਿਦਾਂ ਯੂਜ਼ ਕਰਨਾ ਸੈਂਟੈਂਸਸ ਦੇ ਵਿੱਚ? ਪਹਿਲੀ ਗੱਲ ਤੇ ਪੋਜੀਸ਼ਨਿੰਗ ਇੰਪੋਰਟੈਂਟ ਹੈ। ਪੋਜੀਸ਼ਨਿੰਗ ਵਿੱਚ ਜਿਵੇਂ ਤੁਹਾਨੂੰ ਦੱਸਿਆ, ਜਾਂ ਤੇ ਐਡਜੈਕਟਿਵ ਦਾ ਕੰਮ ਕਰੇਗਾ ਤੇ ਕਿਹਦੇ ਅੱਗੇ ਆਊਗਾ? ਨਾउन ਦੇ ਅੱਗੇ। ਤੇ ਜੇ ਐਡਵਰਬ ਦਾ ਕੰਮ ਕਰੂਗਾ ਤੇ ਵਰਬ ਐਡਵਰਬ ਜਾਂ ਐਡਜੈਕਟਿਵ ਤੋਂ ਬਾਅਦ ਆਊਗਾ। ਠੀਕ ਹੈ ਜੀ, ਸਮਝਦੇ ਹਾਂ ਐਗਜ਼ਾਮਪਲ ਦੇ ਨਾਲ। ਦੇਖੋ, ਇਨਫ ਇਜ਼ ਪਲੇਸਡ ਬਿਫੋਰ ਦ ਨਾउन, ਇਨਫ ਇਜ਼ ਆਲਸੋ ਯੂਜ਼ਡ ਵਿਦ ਐਡਜੈਕਟਿਵ ਐਂਡ ਐਡਵਰਬਸ। ਦੇਖੋ, ਜਦੋਂ ਇਹ ਐਡਜੈਕਟਿਵ ਦਾ ਕੰਮ ਕਰੇਗਾ ਤੇ ਕੀ ਆਈਡੈਂਟੀਫਾਈ ਕਰੇਗਾ? ਮੈਂ ਪਿਛਲੇ ਲੈਕਚਰ 'ਚ ਕਰਵਾਇਆ। ਕੀ ਦੱਸਦਾ ਐਡਜੈਕਟਿਵ? ਕੁਆਲਿਟੀ, ਕੁਆਂਟੀਟੀ ਜਾਂ ਪੁਆਇੰਟ ਆਊਟ ਕਰਨ ਦਾ ਕੰਮ ਕਰਦਾ। ਦੇਖੋ, ਠੀਕ ਹੈ, ਉਹ ਦੇਖੋ ਐਗਜ਼ਾਮਪਲ ਦੇ ਵਿੱਚ there is enough bread for lunch। ਠੀਕ ਹੈ ਜੀ, ਬ੍ਰੈਡ ਦਾ ਮਤਲਬ ਗੱਲ ਕੀਤੀ ਹੋਈ ਹੈ, ਨਾउन ਬ੍ਰੈਡ ਹੈ ਇੱਥੇ। ਠੀਕ ਹੈ ਜੀ, ਔਰ enough ਕੀ ਕਰ ਰਿਹਾ? ਉਹਨੂੰ ਮੋਡੀਫਾਈ ਕਰ ਰਿਹਾ। ਠੀਕ ਹੈ ਜੀ, enough ਕੀ ਕਰ ਰਿਹਾ? ਉਹਦੀ ਕੁਆਂਟੀਟੀ ਦੱਸ ਰਿਹਾ। ਕਿਹਦੀ? ਬ੍ਰੈਡ ਦੀ। ਬ੍ਰੈਡ ਕੀ ਹੈ? ਨਾउन ਹੈ। ਕਲੀਅਰ? ਸੈਕੰਡ ਥਿੰਗ, enough ਅਗੇਨ ਜਦੋਂ ਕੰਮ ਕਰ ਰਿਹਾ ਐਡਜੈਕਟਿਵ ਦਾ ਤੇ ਕਿਹਦੇ ਅੱਗੇ ਆਇਆ? ਮਨੀ ਦੇ। ਜੋ ਮਨੀ ਕੀ ਹੈ? ਨਾउन ਅਗੇਨ। ਠੀਕ ਹੈ, ਇਨਫ ਯਾਨੀ ਜੇ ਆਪਾਂ ਕਹਾਂ ਤੇ ਉਹਨੂੰ ਪੰਜਾਬੀ ਜਾਂ ਹਿੰਦੀ ਚ ਕਹਾਂਗੇ ਕਾਫੀ ਮਾਤਰਾ। ਠੀਕ ਹੈ ਜੀ, ਇਨਫ ਜਦੋਂ ਐਡਜੈਕਟਿਵ ਤੇ ਐਡਵਰਬ ਦਾ ਕੰਮ ਕਰਦੇ ਆ, ਠੀਕ ਹੈ, ਉਹਨਾਂ ਦੇ ਯੂਜ਼ੇਜ ਆਪਾਂ ਇੱਕ ਐਜ਼ ਅ ਐਡਜੈਕਟਿਵ ਦੇਖ ਲਿਆ। ਐਡਵਰਬ ਦੀ ਤਰ੍ਹਾਂ ਕਦੋਂ ਯੂਜ਼ ਕਰਦੇ ਆ? ਦੇਖੋ, we didn't have enough time, ਇਹਦੇ ਵਿੱਚ ਵੀ ਦੇਖੋ ਟਾਈਮ ਦੇ ਅੱਗੇ ਆਇਆ, ਟਾਈਮ ਨੂੰ ਮੋਡੀਫਾਈ ਕਰ ਰਿਹਾ। ਮਿਲਕ ਨੂੰ ਮੋਡੀਫਾਈ ਕਰ ਰਿਹਾ। ਟੈਲੈਂਟ ਨੂੰ ਮੋਡੀਫਾਈ ਕਰ ਰਿਹਾ। ਠੀਕ ਹੈ ਜੀ, ਤੇ ਇਨਫ ਦਾ ਕੰਮ ਕੀ ਹੁੰਦਾ ਹੈ? ਕੁਆਂਟੀਟੀ, ਕੁਆਲਿਟੀ ਦੱਸਣਾ ਤੇ ਜਾਂ ਉਹਨੂੰ ਮੋਡੀਫਾਈ ਕਰਨਾ। ਠੀਕ ਹੈ ਜੀ, ਮੋਡੀਫਾਈ ਇਨ ਦਾ ਸੈਂਸ ਉਹਨੂੰ ਮੀਨਿੰਗ ਨੂੰ ਔਰ ਜ਼ਿਆਦਾ ਪੁਖਤਾ ਕਰਨਾ, ਉਹਨੂੰ ਔਰ ਜ਼ਿਆਦਾ ਵੈਲਿਊ ਪ੍ਰੋਵਾਈਡ ਕਰਨਾ। ਠੀਕ ਹੈ ਜੀ, ਐਗਜ਼ਾਮਪਲ ਦੇ ਵਿੱਚ ਇਹਨੂੰ ਭਰ ਕੇ ਦੇਖ ਲਓ। ਐਕਸਰਸਾਈਜ਼ ਦਿੱਤੀ ਹੋਈ ਹੈ, ਤੁਸੀਂ ਇਹਨੂੰ ਸੋਲਵ ਕਰ ਸਕਦੇ ਹੋ। ਕਮੈਂਟ ਸੈਕਸ਼ਨ ਤੇ ਇਹਨੂੰ ਕਮੈਂਟ ਵੀ ਕਰ ਸਕਦੇ ਹੋ, ਨਾਲ ਤੁਸੀਂ ਆਪਣੀ ਨੋਟਬੁੱਕ ਤੇ ਵੀ ਸੋਲਵ ਕਰ ਸਕਦੇ ਹੋ, ਵੀਡੀਓ ਪੌਜ਼ ਕਰਕੇ ਕਰ ਸਕਦੇ ਹੋ। ਠੀਕ ਹੈ ਜੀ, ਵੀ ਮਸਟ ਬ੍ਰਿੰਗ ਇਨਫ ਫੂਡ ਟੂ ਲਾਸਟ ਅਸ ਦ ਹੋਲ ਵੀਕ, ਯਾਨੀ ਕਾਫੀ ਮਾਤਰਾ 'ਚ ਖਾਣਾ ਲੈ ਕੇ ਆਉਣਾ ਚਾਹੀਦਾ ਸਾਨੂੰ ਤਾਂ ਕਿ ਹਫਤੇ ਤੱਕ ਨਿਕਲ ਸਕੇ। ਠੀਕ ਹੈ, I didn't have enough money experience in work of this sort। कितना experience नहीं है, money experience कितना नहीं है, enough नहीं है। I have only enough sugar। Oh dear, she sighed यानी express किया उन्होंने। The enough money I earn, the enough money I save। ठीक है, प्रवर्ब है कि जितना पैसा मैं कमावा उतना ही पैसा मैं सेव कर लूंगा। I don't add enough salt। I have already put in enough and the soup is just right। ठीक है, ਇਹਨਾਂ ਸਾਰੇ ਵਰਡਸ ਦੇ ਵਿੱਚ ਦੇਖੋ enough ਫਿਲ ਕਰੋਗੇ। ਫਿਲ ਕਰਨ ਤੋਂ ਬਾਅਦ ਇਹਨਾਂ ਦਾ ਮੀਨਿੰਗ ਜੋ ਹੈ ਉਹ ਤੁਸੀਂ ਬਣਾ ਕੇ ਦੇਖ ਲੈਣਾ। ਠੀਕ ਹੈ ਜੀ, ਐਕਸਰਸਾਈਜ਼ ਤੁਹਾਡੀ ਪ੍ਰੈਕਟਿਸ ਲਈ ਇਹ ਵੀ ਹੈਗੀ ਹੈ, ਇਹਨੂੰ ਵੀ ਤੁਸੀਂ ਕਰ ਸਕਦੇ ਹੋ। ਠੀਕ ਹੈ, ਆਪਣੀ ਜਿਹੜੀ ਨੋਟਬੁੱਕ ਹੈ ਉੱਤੇ ਸੋਲਵ ਕਰ ਲਿਓ, ਕਮੈਂਟ ਸੈਕਸ਼ਨ ਤੇ ਵੀ ਤੁਸੀਂ ਕਰ ਸਕਦੇ ਹੋ। ਇਹਨਾਂ ਦੇ ਵਿੱਚ enough ਹੀ ਫਿਲ ਹੋਏਗਾ ਸਾਰੇ ਬਲੈਂਕਸ ਦੇ ਵਿੱਚ। ਠੀਕ ਹੈ, ਔਰ ਮੀਨਿੰਗ ਤੁਸੀਂ ਸਮਝ ਸਕਦੇ ਹੋ। ਦੇਖੋ, ਨੈਕਸਟ ਆਪਾਂ ਜਿਹੜਾ ਕਰਨ ਜਾ ਰਹੇ ਹਾਂ ਅੱਜ ਟੌਪਿਕ, ਉਹ ਹੈ ਕਾਰਡੀਨਲ ਤੇ ਆਰਡੀਨਲ ਨੰਬਰਸ। ਪਹਿਲਾਂ ਸਮਝਦੇ ਹਾਂ ਹੁੰਦੇ ਕੀ ਹੈ। ਦੇਖੋ ਜੀ, ਨੰਬਰਸ ਜਿਹੜੇ ਹੁੰਦੇ ਆ ਨਾ, ਉਹਨਾਂ ਨੂੰ ਦੋ ਪਾਰਟਸ 'ਚ ਡਿਵਾਈਡ ਕੀਤਾ ਜਾਂਦਾ। ਇੱਕ ਹੁੰਦੇ ਆ ਕਾਰਡੀਨਲ, ਇੱਕ ਹੁੰਦੇ ਆਰਡੀਨਲ। ਠੀਕ ਹੈ, ਹੁਣ ਵੀ ਨੰਬਰਸ ਨੂੰ ਤਾਂ ਦੋ ਪਾਰਟ 'ਚ ਡਿਵਾਈਡ ਕੀਤਾ ਜਾਂਦਾ ਹੈ। ਹੁਣ ਕਾਰਡੀਨਲ ਆਰਡੀਨਲ ਕਈਆਂ ਲਈ ਨਈ ਟਰਮ ਹੋਏਗੀ, ਕਈ ਬੱਚੇ ਜਿਹੜੇ ਕਿ ਪਹਿਲਾਂ ਇਹਦੇ ਬਾਰੇ ਨਹੀਂ ਸੁਣਿਆ ਹੋਣਾ।
मगर एक गल याद रखियो बच्चों कि जिहड़ा ये वर्ड तुसीं समझ रहे हो ना, ये बहुत इंपॉर्टेंट है, क्योंकि कार्डिनल और ऑर्डिनल नंबर के हिसाब नाल ही एडजैक्टिव और आर्टिकल लगते हैं, उहदे हिसाब नाल ही आपां यूज करना हुंदा सेंटेंसेस दे विच नंबर्स नूं। ठीक है, हुंदा की है कार्डिनल ते ऑर्डिनल नंबर, उहनूं समझदे आ पहलां। ठीक है, कार्डिनल जिहड़े हुंदे आ, देखो मैं समझा देना पहले तुहानूं सिंपल लैंग्वेज दे विच लिखिया की होया। कार्डिनल नंबर्स आर पोस्ट डिटरमाइनर्स। देखो मैं ऑलरेडी समझाया कि आप डिटरमाइनर्स ते कर रहे हैं ना, तो कार्डिनल नंबर हुंदे की है पोस्ट डिटरमाइनर। पोस्ट यानी डिटरमाइनर तो ही बाद ये लगते हैं। ठीक है, यानी किसी वर्ड तो पहला नहीं लगने। ठीक है, किहदे बाद लगने हैं, डिटरमाइनर तो बाद ही लगने हैं, ते डिटरमाइनर तो पहला लग जाने। किवें देखो मैं तुहानूं दसदा। हुंदे की है पहला नंबर समझिए। कार्डिनल नंबर्स की हुंदे हैं, नंबर्स नूं सिंपल फॉर्म दे विच लिखना किद्दां 1 2 3 4 5 एंड सो ऑन, ये हुंदे कार्डिनल नंबर। ऑर्डिनल की हुंदे वे, ऑर्डिनल हुंदे है फर्स्ट वन, द फर्स्ट वन जो है, सेकंड, थर्ड, फोर्थ एंड सो ऑन। जे नंबर्स 1 2 3 4 5 दे फॉर्मेशन च लिखे हुए हैं, वो की दसूगे सानू, क्वांटिटी दसूगे, ते वो की हो जांदे साडे कार्डिनल नंबर्स। जे पोजीशनिंग की गल करिए, रैंक की गल करिए, ते ऑर्डिनल नंबर्स हुंदे हैं फर्स्ट, सेकंड, थर्ड, फोर्थ, फिफ्थ, सिक्स्थ एंड सो ऑन। क्लियर है? ते कार्डिनल नंबर्स नूं आपां यूज किद्दां करदे हां सेंटेंसेस दे विच। एग्जांपल दित्ते हैं, देखो A flight takes off or lands once every 30 seconds। देखो भाई इत्थे गल हुई है किहदी, 30 दी। 30 नंबर की है, कार्डिनल है कि ऑर्डिनल है, दसो मैनू कमेंट बॉक्स च कमेंट करो इहदे बारे। ये हैगा कार्डिनल नंबर, क्योंकि मैं हुणे तुहानूं समझाया जिहड़े नंबर सानू की दसन, नंबर दसन, ओनली नंबर दी की दसन, क्वांटिटी मात्रा दसन, किन्ने सेकंड्स, 30 सेकंड्स। ठीक है, 30 जो है बोल्ड विच लिखा है, और केड़ा नंबर है, कार्डिनल नंबर है। देखो आया किहदे बाद है, ईच और एवरी हुंदे की है। देखो भाई ये भी आगे आप करांगे, ईच और एवरी हुंदे की है, ये हुंदे है बेसिकली डिटरमाइनर्स। ठीक है, देखो आया किहदे बाद है, कार्डिनल नंबर किहदे बाद आंदा है, पोस्ट डिटरमाइनर है, यानी डिटरमाइनर तो बाद आंदा है, इसलिए इहनूं कहने आपां नंबर्स नूं पोस्ट डिटरमाइनर्स। ठीक है जी, समझ आया क्यों कहने आपां पोस्ट डिटरमाइनर्स। ठीक है, नेक्स्ट है एग्जांपल, इन 1976 देयर वाज वन डॉक्टर। देखो अगेन वन बोल्ड किया है, और वन केड़ा नंबर है, कार्डिनल नंबर। क्लियर है? कार्डिनल नंबर नाउन तो पहला आंदे, ये मैं तुहानूं ऑलरेडी समझाया, क्योंकि ये एडजेक्टिव दा काम करदे है, ते उस केस दे विच नंबर्स जिहड़े है वो किहदे पहला आणगे, ऑब्वियसली गल है नाउन दे पहला आणगे। ठीक है, और किसी भी एडजेक्टिव दे पहला भी आ सकदे हैं। ठीक है जी, देखो एग्जांपल दे समझाना तुहानूं। We bought those two little red boxes। सेंटेंसेस ਨੂੰ ਤੋੜਨ ਦੀ ਕੋਸ਼ਿਸ਼ ਕਰਿਆ ਕਰੋ, ਪਹਿਲਾਂ ਤੋੜ ਕੇ ਛੋਟੇ ਛੋਟੇ ਉਹਦੇ ਪਾਰਟ ਆਫ ਸਪੀਚ ਬਣਾਓ। ਠੀਕ ਹੈ, ਆਪਾਂ ਗੱਲ ਕਰ ਰਹੇ ਕਿਹਨਾਂ ਦੀ, ਬਾਕਸਸ ਦੀ। ਬਾਕਸਸ ਕੀ ਹੈ, ਨਾउन। ਨਾउन ਤੋਂ ਪਹਿਲਾਂ ਕੋਈ ਚੀਜ਼ ਜੋ ਇਹਦੀ ਕੁਆਲਿਟੀ ਜਾਂ ਉਹਦੀ ਕੁਆਂਟੀਟੀ ਦੱਸਣ ਨੂੰ ਕਹਿੰਦੇ, ਰੈਡ ਕੀ ਹੈ ਤੇ ਐਡਜੈਕਟਿਵ, ਔਰ ਲਿਟਲ ਵੀ ਉਹਦੀ ਕੁਆਂਟੀਟੀ ਦੱਸ ਰਿਹਾ, ਇਹ ਕੁਆਲਿਟੀ ਦੱਸ ਰਿਹਾ, ਕੁਆਂਟੀਟੀ ਦੱਸ ਰਿਹਾ, ਇਹ ਵੀ ਕੀ ਹੈ, ਐਡਜੈਕਟਿव। ठीक है, यानी ये दोवें ਇਹਦੇ ਬਾਰੇ ਦੱਸ ਰਹੇ। ਉਸ ਤੋਂ ਬਾਅਦ यानी ਉਸ ਤੋਂ ਪਹਿਲਾਂ मैं गल करा ਤੇ ਉਸ ਤੋਂ ਪਹਿਲਾਂ ਕੀ ਆਊਗਾ, कार्डिनल नंबर या ऑर्डिनल नंबर आंदा है। ਤੇ ਇਹੀ ਇੱਥੇ ਲਿਖਿਆ ਹੋਇਆ कि ये नाउन और एडजेक्टिव ਤੋਂ ਪਹਿਲਾਂ आंदे ਹੁੰਦੇ ਆ। ठीक है, और ਦੱਸਦੇ ਕੀ है, कार्डिनल नंबर क्वांटिटी ਦੱਸਦੇ ਆ। क्लियर है जी, चलो नेक्स्ट समझते हैं। कार्डिनल नंबर की दसदे हाउ मेनी, ये आप कर लिया, और काउंटिंग नंबर का काम करते हैं। ठीक है, कुछ एग्जांपल देते हैं कार्डिनल नंबर के, जो मैं ऑलरेडी समझा चुके हैं, 1 2 3 4 एंड सो ऑन। लिखना किद्दां है आ देख लो। ठीक है जी, 90 100 100 की जो गल करते हैं, 100 हुंदा ना, 200 हुंदा, 300। तो 100 ली या तो 100 लिख सकते हो, या की लिख सकते हो 100। आ देखो लिखा है 100। उदा 1000 ली 1000 3000 4000 इधर लिख सकते हो, उदा ही 1000 भी लिख सकते हो। क्लियर है जी, उदा मिलियन दे लई, उदा ट्रिलियन दे लई, उदा लैक्स दे लई, उदा करोड़ दे लई। ठीक है जी, समझ आई गल। ते आर्टिकल केड़ा यूज हुंदा है, यानी इहदे विच अ यूज हुंदा है। क्लियर है जी। कार्डिनल नंबर तो बाद आपां करन जा रहे हैं सिंगुलर और प्लूरल दे विच। नंबर्स नूं किदां लिख सकदे हैं भी, सिंगुलर की प्लूरल, ये भी चीज इंपॉर्टेंट है समझने वाली, इहनूं ध्यान नाल समझियो। ठीक है जी, कॉम्बिनेशन में पहला भी तुहानूं दस्सिया सी एक बारी
कि जदों भी नंबर यूनिट और नाउन का कॉम्बिनेशन आता है तो यूनिट की होंगी है, मैं समझाया सी यूनिट ऑलवेज सिंगुलर होंगी है, ते नंबर जो होंगे ना वो सिंगुलर भी हो सकता है प्लूरल भी हो सकता है। देखो इतने फॉर एग्जाम्पल 200 यूरोज, 2 की है नंबर तो ज्यादा ही ऑब्वियसली गल है, 100 जो यूनिट है वो सिंगुलर ही रहूगा। नाउन जो है वो चेंज हो सकता है, यूरो, यूरोज, ठीक है, ईयर्स हो सकता है, ठीक है। नॉर्मली इन्होंने सिंगुलर लिखते हैं मगर इन्होंने आप प्लूरल विच भी यूज कर लेने। देखो प्लूरल इज ओनली यूज विद डजन, डजन यानी दर्जन जो आप कहते हैं, 100, 1000, मिलियन, ट्रिलियन, इन्हां दे नाल आपां की यूज कर लेने हैं, प्लूरल नंबर यूज कर लेने। प्लूरल नंबर किहड़े हुंदे? फ्यू, सैवरल। देखो जे इन्हां नूं फर्दर डिवाइड करा ना ते डिस्ट्रीब्यूटिव दे विच आउंदे हैं, ठीक है जी। नंबर ही हुंदे हैं मगर ये कुछ मात्रा दसदे हैं जिहदी आपां काउंट नहीं कर सकते, ठीक है जी। फॉर एग्जाम्पल हंड्रेड्स ऑफ यूरोज, देखो हंड्रेड्स की गल हुई है, ठीक है, 100 सिंगुलर विच भी आया प्लूरल विच भी आया, ठीक है। तो इन्होंने सिंगुलर भी हो सकते हैं प्लूरल भी हो सकते हैं, यूनिट ऑलवेज की होनी चाहिए है, सिंगुलर होनी चाहिए, ठीक है। थाउजेंड्स ऑफ लाइट ईयर्स, ये भी एक एग्जांपल दिता है जिहदे विच नंबर आपां प्लूरल दे विच यूज कीता है, क्लियर है जी। चलते हैं नेक्स्ट स्लाइड ते समझते हैं ऑर्डिनल नंबर्स नूं। आई होप सो कार्डिनल नंबर तुहानूं क्लीयर होए होणगे। और कार्डिनल नंबर नाल एक रूल बनता है, की रूल बनता है कि कार्डिनल नंबर नाल आपां एडजेक्टिव तो नहीं यूज करते मगर कुछ केसेस दे विच एडजेक्टिव यूज आर्टिकल यूज नहीं करते, मगर आर्टिकल केड़ा यूज कर सकते आपां? यूज कर सकते हैं। एडजेक्टिव तो ऑलरेडी लगदा ही है ना नाउन तो पहला। आर्टिकल लगना होवे ते की लगा सकते हैं आपां? ए या एम यूज कर सकते हैं, ठीक है। ऑर्डिनल नंबर बारे समझते हैं। ऑर्डिनल नंबर की होंगे ये भी पोस्ट डिटरमाइनर्स होंगे, ऑब्वियसली गल है, जे कार्डिनल पोस्ट डिटरमाइनर है तो ऑर्डिनल भी पोस्ट डिटरमाइनर्स हो सकते हैं, ठीक है जी। एग्जांपल भी समझते हैं। देखो द फर्स्ट टेक्स्ट बुक्स, ਹੁਣ देखो द है, ਹੁਣ ਕਈਆਂ ਦੇ ਦਿਮਾਗ 'ਚ ਹੁੰਦਾ ਕਿ ਇਹ ਡਿਟਰਮਾਈਨਰ ਕਿਹੜਾ ਲੱਗਾ ਇੱਥੇ, ਕਿਉਂਕਿ ਡਿਟਰਮਾਈਨਰ ਤੋਂ ਬਾਅਦ ਹੀ ਆਊਗਾ ਨਾ ਨੰਬਰ। ਦ ਮੈਂ ਕਰਵਾਇਆ ਸੀ ਤੁਹਾਨੂੰ, ਆਰਟੀਕਲਸ ਕਰਵਾਏ ਸੀ फर्स्ट पार्ट ਦੇ ਵਿੱਚ ਆਪਾਂ ਆਰਟੀਕਲਸ ਕੀਤੇ ਸੀਗੇ। ਆਰਟੀਕਲਸ ਕੀ ਹੁੰਦੇ ਸਾਡੇ? ਡਿਟਰਮਾਈਨਰਸ ਹੁੰਦੇ ਆ, याद रखना। आर्टिकल तो बाद आया की आया फर्स्ट, और फर्स्ट की है ऑर्डिनल नंबर है, और टेक्स्ट बुक्स की सीगा नाउन, ठीक है। हुण एक रूल जो बन के आंदा है ऑर्डिनल नंबर का, वो बहुत इंपॉर्टेंट रूल है बच्चों, याद रखियो हमेशा। जदों भी नंबर ऑर्डिनल नंबर होगा यानी फर्स्ट, सेकंड, थर्ड, फोर्थ, फिफ्थ कुछ भी लिखा है ना, उस तो पहला रूल है कि ऑलवेज यूज द आर्टिकल, की ऑलवेज यूज करते आपां द आर्टिकल यूज करना है, द नूं ही यूज करना है और किसी नूं नहीं, और करना भी जरूरी है, ठीक है जी। इंपॉर्टेंट गल है, याद रखना इनू, अपने पल्ले बन लो, ठीक है। रूल दे विच कि जदों भी ऑर्डिनल नंबर लिखा होए ते हमेशा द लगाना है, ठीक है। चलो नेक्स्ट चलते हैं। एग्जांपल आई होप सो क्लियर होया होगा, और एग्जांपल भी लिखे हुए हैं, देखो बोल्ड विच जेडे लिखे हुए हैं ना सारे ऑर्डिनल नंबर है। सेकंड दे अगे द लगे, नेक्स्ट भी ऑर्डिनल नंबर दे विच आ जाता है, उन्होंने भी द लगाया है। फिफ्थ द लगाया होया। लास्ट ईयर देखो लास्ट जेड़ा है ना ऑर्डिनल नंबर दे विच नहीं आता, मगर हम कंसीडर कर लेने होंगे आपां, मगर जेडे फर्स्ट, सेकंड, थर्ड, फोर्थ, फिफ्थ सो ऑन जेडे भी नंबर होंगे ना, जेडे पोजीशन दसन 1 2 वाले, फर्स्ट सेकंड वाले, उन्हां दे अगे लगाना जरूरी है, लास्ट दे अगे नहीं लगाया। देखो फर्दर भी नंबर्स दे विच आ जांदा है मगर इहदी डिस्ट्रीब्यूटिव टाइप बना दी हुई है, ठीक है। वो इहदे विच नहीं कैटेगराइज करवाई मैं ताकि तुहाडे लई कंफ्यूजन ना क्रिएट होए, नंबर्स विच ही क्रिएट कर देता है, एक कार्डिनल एक ऑर्डिनल, ठीक है जी। क्लियर है? एग्जांपल देख सकते हो तुसीं। नेक्स्ट देखो ऑर्डिनल नंबर दे भी कुछ एग्जांपल दिते हुए, फर्स्ट, सेकंड, थर्ड, फोर्थ लिखे हुए हैं, इन्हां सारियां दे नाल ना द जरूर लगाना है, द फर्स्ट, द सेकंड, द 17th, द 19th, ठीक है। क्लियर है? नेक्स्ट देखो ऑर्डिनल नंबर फर्स्ट, सेकंड, थर्ड, फोर्थ ਆਪਾਂ कर चुके हैं। ਇਹਦੇ ਵਿੱਚ ਦੇਖਣਾ ਹੈ ਕਿ एग्जांपल ਦੇ ਵਿੱਚ ਮੈਂ ਤੁਹਾਨੂੰ ਸਮਝਾਣਾ ऑर्डिनल नंबर ਦਾ ਯੂਜ਼ੇਜ इन द नेम्स फॉर किंग्स एंड क्वीन्स। ਜਦੋਂ ਆਪਾਂ ਗੱਲ ਕਰਦੇ ਨਾ ਕਿ ਚਾਰਲਸ द 5th ਜਾਂ ਚਾਰਲਸ द 2nd, एडवर्ड द 6th, ਇਦਾਂ ਕੁਝ ਆਪਾਂ ਯੂਜ਼ ਕਰਦੇ ਹਾਂ। ਅਦੋਂ ਦੇਖੋ ਨਾਮ ਤੋਂ ਬਾਅਦ ਆਰਟੀਕਲ ਆਇਆ द, यानी डिटरमाइनर आया, उस तो बाद की आया ऑर्डिनल नंबर, ठीक है। ये पोजीशनिंग है, यानी पहला नाउन आएगा, फिर आर्टिकल डिटरमाइनर आएगा, फिर ऑर्डिनल नंबर आएगा। क्लियर है जी? आई होप सो कार्डिनल ऑर्डिनल तो क्लियर हुए होंगे। नेक्स्ट टॉपिक आप करने जा रहे हैं जो डिस्ट्रीब्यूटिव। डिस्ट्रीब्यूटिव दे भी समझो,
डिस्ट्रीब्यूटिव एज द नेम सुजेस्ट ਜਿਹੜੇ ਕੀ ਕਰਨ ਡਿਸਟ੍ਰੀਬਿਊਟ ਕਰਨ ਕਿਹਦੇ ਵਿੱਚ ਡਿਸਟ੍ਰੀਬਿਊਟ ਕਰਦੇ ਆ ਦੋ ਚੀਜ਼ਾਂ ਦੇ ਵਿੱਚ ਠੀਕ ਹੈ ਪਰਸਨ ਨੂੰ ਐਜ਼ ਅ ਗਰੁੱਪ ਜੇ ਤੁਸੀਂ ਗਰੁੱਪ ਦੀ ਗੱਲ ਕਰ ਰਹੇ ਹੋ ਅਦੋਂ ਜਦੋਂ ਆਪਾਂ ਕੋਈ ਵਰਡ ਲਗਾਉਣਾ ਜਿਹੜਾ ਗਰੁੱਪ ਨੂੰ ਪੂਰਾ ਡਿਸਕ੍ਰਾਈਬ ਕਰੇ ਜਾਂ ਇੰਡੀਵਿਜੂਅਲ ਨੂੰ ਡਿਸਕ੍ਰਾਈਬ ਕਰੇ ਇਦਾਂ ਦੇ ਦੋ ਵਰਡ ਹੁੰਦੇ ਆ ਔਰ ਉਹ ਦੋ ਵਰਡਸ ਕਿਹੜੇ ਹੁੰਦੇ ਆ ਔਰ ਉਹ ਡਿਸਟ੍ਰੀਬਿਊਟਿਵ ਦੇ ਵਿੱਚ ਆਉਂਦੇ ਆ ਈਚ ਐਵਰੀ ਹੁੰਦਾ ਬੈਸਟ ਐਗਜ਼ਾਮਪਲ ਹੈ ਈਚ ਔਰ ਐਵਰੀ ਠੀਕ ਹੈ ਇਸ ਤੋਂ ਇਲਾਵਾ ਕਿਹੜੇ ਕਿਹੜੇ ਹੁੰਦੇ ਆ ਦੇਖੋ ਆਲ both half each every either neither ਇਹਨਾਂ ਦੇ ਯੂਜ਼ਸ ਸਮਝਦੇ ਆ ਕਦੋਂ ਕਦੋਂ ਯੂਜ਼ ਹੁੰਦਾ ਕਿਹਦੇ ਕਿਹਦੇ ਨਾਲ ਯੂਜ਼ ਹੁੰਦੇ ਆ all ਨੂੰ ਆਪਾਂ ਯੂਜ਼ ਕਰ ਸਕਦੇ ਆ the ਦੇ ਨਾਲ all ਦੀ ਠੀਕ ਹੈ all my ਦੇਖੋ all my countable noun ਲੱਗਣਾ ਇਹਦੇ ਨਾਲ ਠੀਕ ਹੈ countable noun in the plural ਜਿੱਦਾਂ all my noun ਕਿਹੜਾ ਹੈ ਕੋਈ countable ਜਿੱਦਾਂ books ਦੀ ਗੱਲ ਕਰਾਂ all my books इतना ही all this uncountable noun लगना है all these countable noun लगना plural form ਦੇ ਵਿੱਚ ਆ एग्जांपल ਦਿੱਤੇ ਹੋ ਦੇਖੋ all cheese ठीक है cheese ਦੀ ਗੱਲ ਹੋਈ all children ਦੀ ਗੱਲ ਹੋਈ all the people all the bread all my friends all ਤੋਂ ਬਾਅਦ my ਲੱਗਾ possessive pronoun ਲੱਗਾ और ਕੀ ਲੱਗਾ countable noun plural form ਦੇ ਵਿੱਚ ਲੱਗਾ clear ਹੈ ਜੀ ਇਹ all ਦਾ ਸੀ next both ਬਾਰੇ ਸਮਝਦੇ ਹਾਂ both ਦੀ ਗੱਲ ਕਰੀਏ both ਦਾ और both the ਜਦੋਂ लगाना है उस तो बाद हमेशा countable plural noun लगना है ठीक है देखो countable in the plural form लगना है my ਦੇ ਨਾਲ ਕਿੱਦਾਂ ਲੱਗਣਾ these ਦੇ ਨਾਲ ਕਿੱਦਾਂ ਲੱਗਣਾ एग्जांपल ਤੋਂ समझते हैं both children ਕੀ ਹੁੰਦੇ countable ਹੁੰਦੇ ਆ और है ਕਿਹੜੀ ਫਾਰਮ ਹੈ child singular ਹੁੰਦਾ children ਕੀ ਹੁੰਦਾ plural ਇਹ ਵੀ ਯਾਦ ਰੱਖਣਾ child ਦਾ ਕਈ ਬੱਚੇ childs ਬਣਾ ਦਿੰਦੇ ਆ ਉਹ ਗਲਤ ਹੁੰਦਾ ਹੈ child ਦਾ plural ਕੀ ਹੁੰਦਾ children ਹੁੰਦਾ ਹੈ ਠੀਕ ਹੈ ਜੀ both ਤੋਂ ਬਾਅਦ plural countable noun लगता है both the cars both my parents plural ही लगेगा my तो बाद ठीक है जी both गल ही उदों होंदी है जदों plural दी गल होए ठीक है कि both यानी दो तो ज्यादा ठीक है half the half my half these half those है कुछ एग्जांपल है इसके बारे में समझ लो I bought half a kilo half the cake half the apples half my money half his books ये कुछ एग्जांपल है half ਦੇ देखो एक नोट है की नोट है all both half ਨੂੰ ਆਪਾਂ ਕਿਹਦੇ ਨਾਲ ਯੂਜ਼ ਕਰਨਾ ਹੈ of ਜਦੋਂ ਲਗਾਣਾ ਹੈ और ਉਹਦੇ ਬਾਅਦ ਆਣਾ ਕੀ ਚਾਹੀਦਾ ਹੈ pronoun ਆਣਾ ਜ਼ਰੂਰੀ ਹੈ ਠੀਕ ਹੈ all both half ਤੋਂ ਬਾਅਦ ਕੀ ਆਣਾ ਜ਼ਰੂਰੀ ਹੈ pronoun ਆਣਾ ਜ਼ਰੂਰੀ ਹੈ next ਦੇਖੋ ਵੀ each either and neither ਹੁਣ ਇਹ ਵੀ ਇੰਪੋਰਟੈਂਟ ਹੈ ਸਮਝ ਲਿਓ each ਜਦੋਂ ਆਪਾਂ ਯੂਜ਼ ਕਰਦੇ ਹਾਂ ਨਾ ਆਪਾਂ ਇੰਡੀਵਿਜੂਅਲ ਹਰ ਇੱਕ ਇੰਡੀਵਿਜੂਅਲ ਦੀ ਗੱਲ ਕਰ ਰਹੇ ਹੁੰਦੇ ਆ ਯਾਨੀ ਗਰੁੱਪ ਦੇ ਵਿੱਚ ਹਰ ਇੱਕ ਜੋ ਬੰਦਾ ਹੈ ਨਾ ਹਰ ਇੱਕ ਨੂੰ ਪੁਆਇੰਟ ਆਊਟ ਕਰਨ ਦੇ ਆਪਾਂ ਜੇ ਮੈਂ ਕੋਈ ਪ੍ਰੋਨਾਉਨ ਲਗਾਉਣਾ ਹੈ ਡਿਸਟ੍ਰੀਬਿਊਟਿਵ ਲਗਾਉਣਾ ਹੈ ਉਹਨੂੰ ਮੈਂ ਕੀ ਕਹਾਂਗਾ ਈਚ ਠੀਕ ਹੈ ਦੇਖੋ ਈਚ ਲੱਗਾ ਹੋਇਆ ਈਚ ਚਾਈਲਡ ਹੁਣ ਈਚ ਨੂੰ ਐਜ਼ ਅ ਐਡਜੈਕਟਿਵ ਵੀ ਯੂਜ਼ ਕਰ ਸਕਦੇ ਹੋ ਈਚ ਨੂੰ ਐਜ਼ ਅ ਪ੍ਰੋਨਾਉਨ ਵੀ ਯੂਜ਼ ਕਰ ਸਕਦੇ ਹੋ ਕਿੱਦਾਂ ਦੇਖੋ ਈਚ ਜਿਹੜਾ ਇੱਥੇ ਲੱਗਾ ਹੈ ਜਦੋਂ ਨਾਉਨ ਦੇ ਅੱਗੇ ਨਹੀਂ ਲੱਗਾ ਨਾਉਨ ਦੀ ਜਗ੍ਹਾ ਲੱਗਾ ਤੇ ਕਿਹਦਾ ਕੰਮ ਕਰ ਰਿਹਾ ਪ੍ਰੋਨਾਉਨ ਦਾ ਹੁਣ ਈਚ ਜੋ ਹੈ ਚਾਈਲਡ ਦੇ ਅੱਗੇ ਲਗਾਤਾ ਚਾਈਲਡ ਕੀ ਹੈ ਵੀ ਨਾउन है ਉਹ ਨਾउन ਦੇ ਅੱਗੇ ਲੱਗਾ ਯਾਨੀ ਇਹ ਕਿਹਦਾ ਕੰਮ ਕਰ ਰਿਹਾ ਐਡਜੈਕਟਿਵ ਦਾ ਕਲੀਅਰ ਹੈ ਉਹ ਦੇਖੋ ਈਚ ਆਫ ਦਾ ਇਹ ਕਿਹਦਾ ਕੰਮ ਕਰ ਰਿਹਾ ਪ੍ਰੋਨਾउन ਦਾ सेम चीज एवरी ਦੇ ਲਈ एवरी चाइल्ड देखो एवरी जो है ना बेटा एक इंपॉर्टेंट चीज मैं ਤੁਹਾਨੂੰ ਸਮਝਾਉਣਾ ਹੈ जो ईच है ना वो प्रोनाउन ਦਾ भी काम कर ਲੈਂਦਾ है और एडजेक्टिव ਦਾ भी काम कर ਲੈਂਦਾ है यानी नाउन ਤੋਂ ਪਹਿਲਾਂ ਵੀ ਆ ਸਕਦਾ ਤੇ ਕੱਲਾ ਵੀ ਆ ਸਕਦਾ ਹੈ मगर जो एवरी है ना ऑलवेज एडजेक्टिव ਦਾ ਹੀ ਕੰਮ ਕਰ ਸਕਦਾ है और ਕਿਸੇ ਦਾ ਕੰਮ ਨਹੀਂ ਕਰ ਸਕਦਾ एवरी ਨੂੰ एडजेक्टिव ਦੀ ਤਰ੍ਹਾਂ ਹੀ ਯੂਜ਼ ਕਰ ਸਕਦੇ ਹਾਂ यानी एडजेक्टिव ਦੀ ਤਰ੍ਹਾਂ ਯੂਜ਼ ਕਰ ਸਕਦੇ ਹਾਂ यानी एवरी ਤੋਂ ਬਾਅਦ ਨਾउन ਆਣਾ ਜ਼ਰੂਰੀ ਹੈ रूल है देखो इतने लिखा है ना एवरी चाइल्ड देखो ए वाला सेंटेंस गलत हो जाएगा एवरी इज अवे देखो इतने लिखा भी होया मगर भाਵੇਂ जितना मर्जी है सेंटेंस ਵਿੱਚ ਇਹ गलत हो जाएगा एवरी चाइल्ड जो लिखा है ना वो बिल्कुल सही है क्यों क्योंकि नाउन के बाद आया और काम किहदा कर रहा है एडजेक्टिव का ठीक है ये इंपॉर्टेंट रूल है कि ईच हर एक इंडिविजुअल बारे गल करता है एवरी एज अ ग्रुप गल करता है ग्रुप दे विच सारिਆਂ ਦੀ गल करता है ईच जो हुंदा वो एडजेक्टिव का काम भी कर लैंदा है प्रोनाउन का काम भी कर लैंदा है एवरी सिर्फ एडजेक्टिव का ही काम करता है एग्जांपल दे विच तुहानू समझाता हूं नेक्स्ट ईदर और नीदर बारे समझ लैंदे हैं और आज का टॉपिक आपां कंप्लीट करांगे ईदर की हुंदा है देखो भाई दो कॉम्बिनेशन आप यूज करते हैं ईदर और दा और नीदर नॉर दा ईदर जो होता है ना वो हमेशा आउटपुट की दिंदा देखो जो भी आप ईदर और
ਇਹਦੇ ਨਾਲ ਸਬਜੈਕਟ 1 ਲੱਗਾ ਹੋਏਗਾ, ਫਿਰ ਔਰ ਲਗਾਉਂਦੇ ਔਰ ਸਬਜੈਕਟ 2 ਲੱਗਣਾ। ਇਦਾਂ ਹੀ ਨੀਦਰ ਲਗਾਉਂਦੇ ਆ, ਨੀਦਰ ਤੋਂ ਬਾਅਦ 1 ਹੁੰਦਾ ਹੈ, ਫਿਰ ਨੌਰ ਲਗਾਉਂਦੇ ਆ ਔਰ ਫਿਰ 2 ਆਉਂਦਾ। ਇਹਦੀ ਆਊਟਪੁੱਟ ਯਾਨੀ ਇਹਨਾਂ ਦੇ ਵਿੱਚੋਂ ਕੋਈ ਜੋ ਰਿਜ਼ਲਟ ਨਿਕਲਿਆ, ਜਿਵੇਂ ਕਹਾਂ ਈਦਰ ਰਾਮ ਔਰ ਸ਼ਾਮ, यानी ਉਹਨਾਂ ਚੋਂ ਕੋਈ ਇੱਕ ਆਊਟਪੁੱਟ ਕੀ ਨਿਕਲੂਗੀ, ਜਾਂ 1 ਨਿਕਲੂਗੀ ਜਾਂ 2 ਨਿਕਲ ਜਾਏਗੀ। ਤੇ ਨੀਦਰ ਦੇ ਵਿੱਚ ਆਊਟਪੁੱਟ ਕੀ ਹੁੰਦੀ ਹੈ, ਹਮੇਸ਼ਾ 0 ਹੀ ਹੁੰਦੀ ਹੈ, यानी कोई बंदा नहीं ਹੁੰਦਾ ਉਹਦੇ ਵਿੱਚ, ठीक है। यानी ईदर और ਦਾ ਸੈਂਸ ਕੀ ਹੋ ਗਿਆ, ਪੋਜ਼ਿਟਿਵ, ਔਰ ਨੀਦਰ ਨॉर ਦਾ ਸੈਂਸ ਕੀ ਹੋ ਗਿਆ, ਨੈਗੇਟਿਵ ਆ ਲਿਖਿਆ, ठीक है। which chair do you want, either chair will do। ਦੇਖੋ ਇਹਦੇ ਵਿੱਚ ਸੈਂਟੈਂਸ ਦੀ ਸੈਂਸ ਕੀ ਹੈ, ਪੋਜ਼ਿਟਿਵ ਹੈ। ਕਿਹੜੀ ਚੇਅਰ ਚਾਹੀਦੀ ਤੁਹਾਨੂੰ, ਦੋਨਾਂ ਵਿੱਚੋਂ ਕੋਈ ਵੀ ਚਲੇਗੀ, ਯਾਨੀ ਕੀ ਹੈ, ਪੋਜ਼ਿਟਿਵ ਹੈ। सेम नेगेटिव बारे समझ लेने, नीदर चेयर इज एनी गुड, कोई भी चेयर अच्छी नहीं है, तो यानी ये सेंटेंस की है, नेगेटिव है। क्लियर है, ये सेंटेंस सानू किदां दा फील आ रही है, पॉजिटिव दी, ठीक है जी। आई होप सो ਜਦੋਂ ਵੀ ਆਪਾਂ ਹੁਣ ਤੱਕ ਕੀਤੇ ਆ ਡਿਟਰਮਾਈਨਰਸ, ਪਾਰਟ 4 ਵੀ ਕੰਪਲੀਟ ਅੱਜ ਹੋ ਗਿਆ, ਜਿਹਦੇ ਵਿੱਚ ਆਪਾਂ ਸਾਰਾ ਕੰਪਲੀਟ ਕਰ ਲਿਆ ਡਿਟਰਮਾਈਨਰਸ ਨੂੰ, ਠੀਕ ਹੈ ਜੀ। ਡਿਟਰਮਾਈਨਰ ਪਾर्ट 1 टू पार्ट 4 ਤੁਸੀਂ ਪੜ੍ਹ ਲੈਣੇ ਆ, ਇਹ ਬੇਸਿਕਸ ਨੇ, ਜਿਹੜੇ ਜਿਹੜੇ ਵਰਡਸ ਔਰ ਇਹਨਾਂ ਨਾਲ ਰਿਲੇਟਡ ਰੂਲਸ ਮੈਂ ਕਰਵਾਏ ਆ ਤੁਹਾਨੂੰ ਪਾਰਟਸ ਵਿੱਚ, ਤੁਸੀਂ ਇੱਕ ਵਾਰੀ ਫੋਲੋ ਕਰ ਲੈਣੇ ਆ। आई होप सो ਤੁਹਾਨੂੰ ਸਾਡੀ ਵੀਡੀਓ ਪਸੰਦ ਆ ਰਹੀ ਹੋਵੇਗੀ, ਜੇ ਪਸੰਦ ਆ ਰਹੀ ਹੈ ਤਾਂ ਸਾਡੀ ਵੀਡੀਓ 'ਤੇ ਕਮੈਂਟ ਜ਼ਰੂਰ ਕਰੋ, ਠੀਕ ਹੈ ਜੀ। ਸਾਡਾ YouTube ਚੈਨਲ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਪ੍ਰੈਸ ਕਰ ਦਿਓ, ਤਾਂ ਕਿ ਤੁਹਾਨੂੰ ਸਾਡੀ ਵੀਡੀਓਜ਼ ਦੀ ਲੇਟੈਸਟ ਅਪਡੇਟ ਪਹੁੰਚ ਸਕੇ, ਠੀਕ ਹੈ ਜੀ। ਮਿਲਦੇ ਆ ਨੈਕਸਟ ਲੈਕਚਰ ਦੇ ਵਿੱਚ, ਔਰ ਆਉਣ ਵਾਲੇ ਜਿਹੜੇ ਸਿਲੇਬਸ ਦੇ ਤੁਹਾਡੇ ਕਾਂਸਟੇਬਲ ਦੇ ਐਗਜ਼ਾਮ ਹੈ ਉਹਦੇ MCQ ਆਪਾਂ ਕਰਾਂਗੇ। ਤਦ ਤੱਕ ਦੇ ਲਈ ਥੈਂਕ ਯੂ।